हाँ जी स्टूडेंट्स, लास्ट टाइम ਤੁਸੀਂ ਸ਼ੇਪਸ ਆਫ ਆਰਬਿਟਲਸ ਡਿਸਕਸ ਕੀਤੀਆਂ, ਜਿਹਦੇ ਵਿੱਚ ਐਸ ਆਰਬਿਟਲਸ, ਪੀ ਆਰਬਿਟਲਸ ਤੇ ਡੀ ਆਰਬਿਟਲਸ ਦੀਆਂ ਤੁਸੀਂ ਸ਼ੇਪਸ ਡਿਸਕਸ ਕੀਤੀਆਂ। ਤੇ ਅੱਜ ਨੈਕਸਟ ਜੋ ਆਪਾਂ ਟੌਪਿਕ ਡਿਸਕਸ ਕਰਾਂਗੇ ਉਹ ਹੈ ਸਾਡੇ ਕੋਲ ਇਲੈਕਟ੍ਰੋਨਿਕ ਕਨਫੀਗਰੇਸ਼ਨ। ਮੋਸਟ ਇੰਪੋਰਟੈਂਟ ਟੌਪਿਕ ਹੈ ਇਹ। ਕੈਮਿਸਟਰੀ ਦੇ ਵਿੱਚ ਬਹੁਤ ਸਾਰੇ ਕੁਐਸਚਨ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਿਕ ਕਨਫੀਗਰੇਸ਼ਨ ਜੋ ਹੈ ਉਹਦੇ ਬਾਰੇ ਪਤਾ ਹੋਣਾ ਚਾਹੀਦਾ, ਤਾਂ ਹੀ ਆਪਾਂ ਉਹ ਕੁਐਸਚਨ ਕਰ ਸਕਦੇ ਹਾਂ। ਸੋ ਜਿਵੇਂ ਪੀਰੀਓਡਿਕ ਟੇਬਲ ਜੋ ਹੈ ਉਹ ਕੈਮਿਸਟਰੀ ਦਾ ਬੇਸ ਹੈ, ਸੋ ਇਸੇ ਤਰ੍ਹਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਵੀ ਕੈਮਿਸਟਰੀ ਦਾ ਬੇਸ ਹੈ। ਜੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਉਂਦੀ ਹੈ ਤਾਂ ਕੈਮਿਸਟਰੀ ਦੇ ਬਹੁਤ ਸਾਰੇ ਟੌਪਿਕ ਹੈ ਜੋ ਆਪਾਂ ਉਹ ਕਰ ਸਕਦੇ ਹਾਂ। ਸੋ ਇਹ ਬੜੇ ਧਿਆਨ ਦੇ ਨਾਲ ਤੁਸੀਂ ਸਾਰਿਆਂ ਨੇ ਸਮਝਣੀ ਹੈ। ਬੜਾ ਸਿੰਪਲ ਜਿਹਾ ਇਹ ਟੌਪਿਕ ਹੁੰਦਾ, ਕੋਈ ਔਖਾ ਹੈ ਨਹੀਂ ਇਹਦੇ ਵਿੱਚ ਕੁਝ ਵੀ। ਇੱਕ ਵਾਰ ਟੈਕਨੀਕ ਪਤਾ ਚੱਲ ਗਈ ਤਾਂ ਆਪਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਜੋ ਹੈ ਡਿਫਰੈਂਟ ਐਲੀਮੈਂਟਸ ਦੀ ਉਹ ਲਿਖ ਸਕਦੇ ਹਾਂ। ਇਹ ਟੌਪਿਕ ਤੁਹਾਨੂੰ 9th ਦੇ ਵਿੱਚ ਵੀ ਤੁਹਾਨੂੰ ਇਹ ਟੌਪਿਕ ਆਉਂਦਾ, ਬਟ ਉੱਥੇ ਇਹ ਹੁੰਦਾ ਕਈ ਵਾਰੀ ਬਹੁਤੇ ਧਿਆਨ ਦੇ ਨਾਲ ਜੋ ਟੌਪਿਕ ਹੈ ਨਹੀਂ ਕੀਤਾ ਜਾਂਦਾ। ਸੋ ਇੱਥੇ ਇਹਦੀ ਬੜੀ ਜ਼ਰੂਰਤ ਪੈਂਦੀ ਹੈ। ਸੋ ਪਹਿਲਾਂ ਤਾਂ ਇਹਦੀ ਡੈਫੀਨੇਸ਼ਨ ਹੈ, ਦ ਡਿਸਟਰੀਬਿਊਸ਼ਨ ਆਫ ਇਲੈਕਟ੍ਰੋਨਸ ਇਨ ਡਿਫਰੈਂਟ ਆਰਬਿਟਲਸ ਇਜ਼ ਨੋਨ ਐਜ਼ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਫ ਦ ਐਟਮਸ। ਵੱਖਰੇ ਵੱਖਰੇ ਆਰਬਿਟਲਸ ਦੇ ਵਿੱਚ ਇਲੈਕਟ੍ਰੋਨਸ ਦਾ ਡਿਸਟਰੀਬਿਊਸ਼ਨ ਕਰਨਾ ਕਿ ਕਿਸ ਆਰਬਿਟਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਆ ਗਏ, ਐਸ ਆਰਬਿਟਲ 'ਚ ਕਿੰਨੇ ਇਲੈਕਟ੍ਰੋਨ ਹੈ, ਪੀ 'ਚ ਕਿੰਨੇ ਆ ਗਏ, ਡੀ ਆਰਬਿਟਲ 'ਚ ਕਿੰਨੇ ਆ ਗਏ, ਐਫ 'ਚ ਕਿੰਨੇ ਆ ਗਏ। ਸੋ ਉਹਨੂੰ ਕਿਸੇ ਵੀ ਐਟਮ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦਾ ਨਾਮ ਦਿੱਤਾ ਜਾਂਦਾ ਹੈ ਕਿ ਕਿੰਨੇ ਇਲੈਕਟ੍ਰੋਨਸ ਨੇ ਕਿਸੇ ਐਟਮ ਦੇ ਵਿੱਚ ਅਤੇ ਉਹ ਕਿਵੇਂ ਕਿਵੇਂ ਡਿਸਟਰੀਬਿਊਟ ਕਰ ਦਿੱਤੇ ਵੱਖਰੇ ਵੱਖਰੇ ਆਰਬਿਟਲਸ ਦੇ ਵਿੱਚ। ਦੈਟ ਇਜ਼ ਇਲੈਕਟ੍ਰੋਨਿਕ ਕਨਫੀਗਰੇਸ਼ਨ। ਅਤੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇ ਵਿੱਚ ਜਦੋਂ ਇਲੈਕਟ੍ਰੋਨਸ ਜਿਹੜੇ ਆ ਵੱਖਰੇ ਵੱਖਰੇ ਆਰਬਿਟਲਸ ਦੇ ਵਿੱਚ ਭਰੇ ਜਾਂਦੇ ਆ ਜਾਂ ਫਿਲ ਕੀਤੇ ਜਾਂਦੇ ਆ, ਤਾਂ ਉਹ ਫਿਲਿੰਗ ਦੇ ਕੁਝ ਰੂਲਸ ਹੁੰਦੇ ਨੇ, ਉਹ ਇੱਥੇ ਆਪਾਂ ਡਿਸਕਸ ਕਰਾਂਗੇ। ਦ ਫਿਲਿੰਗ ਆਫ ਆਰਬਿਟਲਸ ਇਜ਼ ਫੋਲੋਡ ਬਾਈ 3 ਪ੍ਰਿੰਸੀਪਲਸ ਐਂਡ ਦੀਜ਼ ਆਰ। ਆਰਬਿਟਲਸ ਦੇ ਵਿੱਚ ਇਲੈਕਟ੍ਰੋਨਸ ਦੀ ਜੋ ਫਿਲਿੰਗ ਹੁੰਦੀ ਹੈ ਉਹ 3 ਸਿਧਾਂਤ ਨੇ ਉਹਦੇ ਬਣੇ ਹੋਏ, ਅਤੇ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਹੈ ਆਊਫ ਬਾਊ ਪ੍ਰਿੰਸੀਪਲ। ਆਊਫ ਬਾਊ ਦਾ ਸਿਧਾਂਤ ਮੇਨ ਹੈ, ਇਹ ਮੇਨ ਟੌਪਿਕ ਹੈ ਇਹਦੇ ਵਿੱਚ, ਕਿਉਂਕਿ ਇਹਦੇ ਵਿੱਚ ਹੀ ਸਾਨੂੰ ਪਤਾ ਚੱਲਦਾ ਹੈ ਕਿ ਕਿਹੜਾ ਆਰਬਿਟਲ ਪਹਿਲਾਂ ਆਉਣਾ ਹੈ, ਕਿਸ ਆਰਬਿਟਲ ਨੇ ਬਾਅਦ 'ਚ ਆਉਣਾ ਹੈ, ਕਿਸ ਆਰਬਿਟਲ ਨੇ ਉਸ ਤੋਂ ਬਾਅਦ 'ਚ ਆਉਣਾ ਹੈ। ਸੋ ਇਹਦੇ ਵਿੱਚ ਡੈਫੀਨੇਸ਼ਨ ਹੈ ਇਸ ਦੀ। ਡੈਫੀਨੇਸ਼ਨ ਤੁਹਾਨੂੰ ਯਾਦ ਰਹੇ ਨਾ ਰਹੇ ਕੋਈ ਪ੍ਰੋਬਲਮ ਨਹੀਂ ਹੈ ਉਸ ਚੀਜ਼ ਦੀ, ਬਟ ਇਹਦੇ ਵਿੱਚ ਇੱਕ ਸਿਕੇਮੈਟਿਕ ਡਾਇਗਰਾਮ ਆਪਾਂ ਪੜ੍ਹਨੀ ਹੈ। ਸਿਕੇਮੈਟਿਕ ਡਾਇਗਰਾਮ ਦੇ ਵਿੱਚ ਵੱਖਰੇ ਵੱਖਰੇ ਜੋ ਆਰਬਿਟਲਸ ਨੇ ਉਹ ਇਨਕਰੀਜ਼ਿੰਗ ਆਰਡਰ ਆਫ ਐਨਰਜੀ ਦੇ ਨਾਲ ਅਰੇਂਜ ਕੀਤੇ ਜਾਂਦੇ ਆ। ਉਹਨਾਂ ਦੀ ਸੀਰੀਜ਼ ਸਾਨੂੰ ਯਾਦ ਹੋਣੀ ਚਾਹੀਦੀ ਹੈ, ਉਹ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਹੈ। ਸੋ ਡੈਫੀਨੇਸ਼ਨ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਕੋਈ ਪੇਪਰਾਂ ਦੇ ਵਿੱਚ ਪੁੱਛ ਸਕਦਾ, ਪੁੱਛ ਵੀ ਲਵੇ ਤਾਂ ਵੀ ਕੋਈ ਬਹੁਤੀ ਜ਼ਿਆਦਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਇਹਦੇ 'ਚ। ਮਤਲਬ ਇਹ ਡੈਫੀਨੇਸ਼ਨ 'ਤੇ ਜ਼ੋਰ ਨਹੀਂ ਦੇਣਾ, ਜੋ ਇਹਦੇ ਵਿੱਚ ਕੰਟੈਂਟ ਹੈ ਉਹਦੇ ਉੱਤੇ ਤੁਸੀਂ ਜਿਹੜਾ ਹੈ ਉਹ ਦਿਮਾਗ ਲਗਾਉਣਾ ਆਪਣਾ। ਇਟ ਸਟੇਟਸ ਦੈਟ ਇਨ ਦ ਗਰਾਊਂਡ ਸਟੇਟ ਆਫ ਐਟਮ ਦ ਇਲੈਕਟ੍ਰੋਨ ਐਂਟਰਸ ਦ ਆਰਬਿਟਲ ਆਫ ਲੋਐਸਟ ਐਨਰਜੀ ਫਸਟ and the remaining electron is filled in the order of increasing energies। ਕਹਿੰਦੇ ਇਹਦੇ 'ਚ ਆਊਫਬਾਊ ਪ੍ਰਿੰਸੀਪਲ 'ਚ ਇਹ ਚੀਜ਼ ਦੱਸੀ ਜਾਂਦੀ ਹੈ ਕਿ ਕੋਈ ਵੀ ਜਿਹੜਾ ਐਟਮ ਹੈ ਉਹਦੇ ਗਰਾਊਂਡ ਸਟੇਟ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਜਿਨ੍ਹਾਂ ਦੀ એનર્ਜੀ ਜੋ ਹੈ ਘੱਟ ਹੈ ਉਹ ਉਹਨਾਂ ਆਰਬਿਟਲਸ ਦੇ ਵਿੱਚ ਆਉਣਗੇ ਜਿਨ੍ਹਾਂ ਆਰਬਿਟਲਸ ਦੀ ਵੀ એનર્ਜੀ ਘੱਟ ਹੈ। ਮੀਨਸ ਲੋਐਸਟ એનર્ਜੀ ਆਰਬਿਟਲਸ ਜਿਹੜੇ ਆ ਉਹ ਪਹਿਲਾਂ ਫਿਲ ਹੋ ਜਾਣੇ ਆ, ਅਤੇ ਜਿਵੇਂ ਜਿਵੇਂ ਫਿਰ એનર્ਜੀ ਜਿਹੜੀ ਹੈ ਵੱਧਦੀ ਜਾਣੀ ਹੈ ਉਵੇਂ ਉਵੇਂ ਆਰਬਿਟਲਸ ਦੇ ਵਿੱਚ ਇਲੈਕਟ੍ਰੋਨਸ ਦੀ ਫਿਲਿੰਗ ਹੁੰਦੀ ਜਾਂਦੀ ਹੈ। ਮਤਲਬ ਇਨਕਰੀਜ਼ਿੰਗ ਆਰਡਰ ਆਫ એનર્ਜੀ ਦੇ ਨਾਲ ਆਰਬਿਟਲਸ ਦੀ ਫਿਲਿੰਗ ਅੱਗੇ ਤੋਂ ਅੱਗੇ ਚੱਲਦੀ ਜਾਂਦੀ ਹੈ। ਫਰੋਮ ਦ એનર્ਜੀ ਲੈਵਲ ਡਾਇਗਰਾਮ ਦ ਫੋਲੋਇੰਗ ਸਿਕੇਮੈਟਿਕ ਡਾਇਗਰਾਮ ਇਜ਼ ਗਿਵਨ ਟੂ ਫਿਲ ਅਪ ਦ ਆਰਬਿਟਲਸ in the increasing order of their energies, and the schematic diagram is ਇੱਕ schematic diagram ਹੈ। ਆ ਵੱਖਰੇ ਵੱਖਰੇ ਆਰਬਿਟਲਸ ਹੈ ਇੱਥੇ ਲਿਖੇ ਹੋਏ 1s 2s 3s 4s 5s 6s 7s। ਸਾਡੇ ਪੀਰੀਓਡਿਕ ਟੇਬਲ ਦੇ ਵਿੱਚ 118 ਐਲੀਮੈਂਟਸ ਹੈ, ਅਤੇ 118 ਐਲੀਮੈਂਟਸ ਜਿਹੜੇ ਹੈ ਉਹ ਉਹਨਾਂ ਦੇ ਵਿੱਚ 118 ਐਲੀਮੈਂਟ ਮੀਨਸ 118 ਤੱਕ ਇਲੈਕਟ੍ਰੋਨਸ ਹੈ ਉਹਨਾਂ ਦੇ। ਮਤਲਬ 118 ਅਟੋਮਿਕ ਨੰਬਰ ਹੈ ਜੇ ਕਿਸੇ ਐਲੀਮੈਂਟ ਦਾ, ਤਾਂ ਜਿੰਨਾ ਉਹਦਾ ਅਟੋਮਿਕ ਨੰਬਰ ਹੈ ਉਨੇ ਹੀ ਪ੍ਰੋਟੋਨ ਹੈ, ਉਨੇ ਹੀ ਉਹਦੇ ਕੋਲ ਇਲੈਕਟ੍ਰੋਨ ਹੈ। ਮੀਨਸ 118 ਹੀ ਉਹਦੇ ਕੋਲ ਪ੍ਰੋਟੋਨ ਹੋਣਗੇ, 118 ਹੀ ਇਲੈਕਟ੍ਰੋਨ ਹੈ। ਸੋ 118 ਇਲੈਕਟ੍ਰੋਨ ਫਿਲ ਕਰਨ ਦੇ ਲਈ ਸੋ ਜੋ ਆਹ 7s ਅਤੇ 7p ਆਰਬਿਟਲਸ ਨੇ ਇੱਥੋਂ ਤੱਕ ਉਹਨਾਂ ਦੀ ਫਿਲਿੰਗ ਜੋ ਹੈ 118 ਇਲੈਕਟ੍ਰੋਨਸ ਦੀ ਉਹ ਖਤਮ ਹੋ ਜਾਂਦੀ ਹੈ। ਨੈਕਸਟ ਇੱਧਰ ਦੂਜੀ ਸੀਰੀਜ਼ ਬਣਾਈ ਹੋਈ ਹੈ ਪੀ ਆਰਬਿਟਲਸ ਦੀ 2p 3p 4p 5p 6p 7p। ਥਰਡ ਸੀਰੀਜ਼ 3d 4d 5d 6d। ਫੋਰਥ ਸੀਰੀਜ਼ ਹੈ 4f ਅਤੇ
5f। ਹੁਣ ਤੁਸੀਂ ਦੇਖੋ ਇਹਦੇ 'ਚ s ऑर्बिटल जो है वो तो 1 तो स्टार्ट हो गया। आ 1 2 3 4 5 6 7 ये सारे प्रिंसीपल क्वांटम नंबरस ने, प्रिंसीपल क्वांटम नंबर है आ भी जोड़े लिखे हुए हैं 2 3 4 5 6 7 3 4 5 6 4 5। सो s ऑर्बिटल जो है वो तो 1 एक प्रिंसीपल क्वांटम नंबर तो स्टार्ट हो गया, बट जो p सब शैल होंगे या p ऑर्बिटल है वो 2 तो स्टार्ट होंगे, क्योंकि तुसी ये जो क्वांटम नंबरस डिस्कस किए है एक बार फिर हुण आह देख के तुसी अपने क्वांटम नंबरस जिहड़े है उन्होंने पेज सामने कढ़ लेने हैं कि जदों n की वैल्यू 1 है तो l की वैल्यू 0 हो जाती है। n की वैल्यू 1 मीनस आ 1 आ गया, सो l की वैल्यू फिर 0 आती है। l की वैल्यू 0 होगी तो मीनस s ऑर्बिटल आता, फिर उस तो बाद n की वैल्यू 2 करते हैं, n इज़ इक्वल टू 2 तो l इज़ इक्वल टू 1 आता है, क्योंकि तुसी आ रिलेशन पढ़िया है कि L इज़ इक्वल टू n माइनस 1। ये रिलेशन तुसी डिस्कस किया है। ये जो सैकेंड एजीमुथल क्वांटम नंबर है वो हुण जे साडे कोल n की वैल्यू 1 हो गई, 1 माइनस 1 करांगे तो 0, तो L की वैल्यू 0 आ जानी। सो L की वैल्यू 0 होवे तो तुहानूं पता है S सब शैल हुंदा, मीनस S सब शैल 1 तो ही स्टार्ट हो जाता, प्रिंसीपल क्वांटम नंबर जिथे 1 होवे। तो इस तरह n की वैल्यू 2 ले लीए तो 2 माइनस 1 1 आ गया। सो जे L की वैल्यू 1 है तो P सब शैल होंदा, बट P सब शैल के लिए N की वैल्यू घट्टो घट्ट कितनी हो गई 2, इस करके P सब शैल 2 तो स्टार्ट होंदा है। इस तरह N की वैल्यू 3 हो गई तो 3 माइनस 1 तो L की वैल्यू 2 रह जाती है। सो L की वैल्यू 2 होवे तो D सब शैल होंदा है। सो D सब शैल के लिए घट्टो घट्ट प्रिंसीपल क्वांटम नंबर कितना आया 3। इस तरह N की वैल्यू 4 होवे, 4 माइनस 1 तो L की वैल्यू 3। जे L की वैल्यू 3 आ जाए तो उस समय साढ़े को F सब शैल, बट F सब शैल के लिए प्रिंसीपल क्वांटम नंबर की घट्टो घट्ट वैल्यू 4 आ गई। सो इस करके S ऑर्बिटल 1 तो स्टार्ट हो जाते हैं, P ऑर्बिटल्स 2 तो, D ऑर्बिटल 3 तो, F ऑर्बिटल 4 तो। सो इस चीज़ का खास ख्याल रखना। तो फिर जो ये सारे इस तरह सीरीज़ लिख ली तो फिर 45 डिग्री एंगल तो तुसीं इस तरह एरो मारने शुरू कर देने हैं। तो वो आ जिमें तुसीं देखते हैं एरो के जोड़े जोड़े ऑर्बिटल्स आए हुए हैं इस तरह फिर तुहाडे अगे तो अगे वो कटते जाणगे। एक मैथड है कि 45 डिग्री एंगल तो तुसीं कटते जाओ, सामने तो सामने ऑर्बिटल्स आते जाणगे। तो फिर लिखना किवें इन्हां 1s इत्थों स्टार्ट करके इत्थे ख़त्म करना है, ये आ गया 1s। फिर उस बाद फिर इत्थों स्टार्ट करना, इत्थे ख़त्म करना, फिर 2s आ गया, फिर इत्थे ख़त्म, इत्थों स्टार्ट 2p, फिर 3s आ देखो आ साइड ते लिखे हुए है 2p 3s, फिर इधरों 3p 4s, फिर इधरों 3d 4p 5s, फिर इधरों 4d 5p 6s, फिर इधरों 4f 5d 6p 7s, फिर इधरों 5f 6d 7p। सो सब तो लास्ट दे विच 7p ऑर्बिटल आंदा है। सो आ एक साडे कोल सिकेमैटिक डायग्राम तो फिर एक अरेंजमेंट बनता है जिहदे विच इनक्रीजिंग एनर्जी के ऑर्बिटल्स जिहड़े है वो अगे तो अगे अरेंज किए गए हैं। मीनस 1s ऑर्बिटल की एनर्जी सब तो घट, उस तो ज़्यादा 2s, फिर 2p 3s 3p 4s 3d 4p 5s 4d 5p 5 थोड़ा जिहा s लगता है, ये 5 है इत्थे साडे कोल 5s, इत्थे 5p 6s 4f 5d 6p 7s 5f 6d 7p। सो इस तरह आ जो है याद नहीं भी रहिंदा तुहानूं तां सिकेमैटिक डायग्राम बनानी बड़ी सौखी है। ये तुसीं बना सकते हैं, बार बार प्रैक्टिस करो इहदी घर दे विच सिकेमैटिक डायग्राम जो है ये बनाओ तो इहनूं देख के फिर इस तरह जिहड़े इलैक्ट्रॉन्स है फिर वो आपां इन्हां दे विच फिल कर सकते हैं। सो अज दे लई तुहाडा इन्ना ही टॉपिक सही ये। नैक्सट टॉपिक जो है तुहाडा वो आपां नैक्सट वीडियो दे विच डिस्कस करांगे। थैंक यू।